गल करांगे ਅਸੀਂ ਕਿਹੜੀਆਂ ਵਿਧੀਆਂ ਨਾਲ ਅਰਥਿੰਗ ਕਰ ਸਕਦੇ ਹਾਂ। ਪਿਛਲੇ ਟੌਪਿਕ ਦੇ ਵਿੱਚ ਅਸੀਂ ਅਰਥਿੰਗ ਦੇ ਮਹੱਤਵ ਨੂੰ ਪੜ੍ਹਿਆ ਸੀ, ਅਰਥਿੰਗ ਦੀ ਸਾਨੂੰ ਜ਼ਰੂਰਤ ਕਿਉਂ ਪੈਂਦੀ ਹੈ, ਅਸੀਂ ਅਰਥਿੰਗ ਕਿਉਂ ਕਰਦੇ ਹਾਂ। ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਸ਼ੁਰੂ ਕਰਾਂਗੇ ਕਿ ਅਰਥਿੰਗ ਕੀਤੀ ਕਿਵੇਂ ਜਾਂਦੀ ਹੈ ਅਤੇ ਅਰਥਿੰਗ ਕਰਨ ਲਈ ਕਿਹੜੀਆਂ ਵਿਧੀਆਂ ਵਰਤੀਆਂ ਜਾਂਦੀਆਂ ਨੇ, ਕੀ ਸਮਾਨ ਦੀ ਜ਼ਰੂਰਤ ਹੁੰਦੀ ਹੈ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲੇ ਇਲੈਕਟ੍ਰੋਡ ਹੋਣੇ ਚਾਹੀਦੇ ਅਰਥਿੰਗ ਕਰਨ ਵਾਸਤੇ। ਇਲੈਕਟ੍ਰੋਡ ਉਹ ਇੱਕ ਸਾਡਾ ਇਕਵਿਪਮੈਂਟ ਕਹਿ ਲਓ, ਇੱਕ ਪ੍ਰਬੰਧ ਕਹਿ ਲਓ, ਜਿਹੜਾ ਅਸੀਂ ਅਰਥਿੰਗ ਲਈ ਮੇਨ ਵਰਤਣਾ ਹੈ। ਉਹਦੇ ਵਿੱਚ ਸਾਡੇ ਕੋਲ ਪਾਈਪ ਵੀ ਹੋ ਸਕਦੀ ਹੈ, ਰੋਡ ਵੀ ਹੋ ਸਕਦੀ ਹੈ, ਪਲੇਟ ਵੀ ਹੋ ਸਕਦੀ ਹੈ, ਕੋਈ ਸਟ੍ਰਿਪ ਵੀ ਹੋ ਸਕਦੀ ਹੈ। ਮਤਲਬ ਅਸੀਂ ਕਿਸ ਤਰੀਕੇ ਦਾ ਅਰਥ ਕਰਨਾ ਚਾਹੁੰਦੇ ਹਾਂ ਉਹਦੇ ਮੁਤਾਬਕ ਹੀ ਅਸੀਂ ਇਲੈਕਟ੍ਰੋਡ ਦੀ ਚੋਣ ਕਰਾਂਗੇ। ਇਲੈਕਟ੍ਰੋਡ ਨੂੰ ਚੋਣ ਕਰਦੇ ਸਮੇਂ ਕੁਝ ਕੁ ਸਪੈਸੀਫਿਕੇਸ਼ਨਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ। ਜੇਕਰ ਅਸੀਂ ਰੋਡ ਜਾਂ ਪਾਈਪ ਯੂਜ਼ ਕਰਦੇ ਹਾਂਗੇ ਇਲੈਕਟ੍ਰੋਡ ਦੇ ਤੌਰ 'ਤੇ, ਤਾਂ ਸਾਨੂੰ ਜਿਹੜੀ ਰੋਡ ਹੈਗੀ ਹੈ ਉਹ ਘੱਟੋ ਘੱਟ 16 mm ਡਾਇਆਮੀਟਰ ਦੀ ਚਾਹੀਦੀ ਹੈ। ਜੇ ਉਹ ਗੈਲਵੇਨਾਈਜ਼ਡ ਸਟੀਲ ਦੇ ਵਿੱਚ ਹੈਗੀ ਜਾਂ ਗੈਲਵੇਨਾਈਜ਼ਡ ਆਇਰਨ ਦੇ ਵਿੱਚ ਹੈਗੀ। ਅਗਰ ਉਹ ਕਾਪਰ ਦੀ ਰੋਡ ਹੈਗੀ ਹੈ ਜਾਂ ਪਾਈਪ ਹੈਗੀ ਹੈ ਤਾਂ ਅਸੀਂ 12-13 mm ਦੀ ਪਾਈਪ ਨਾਲ ਆਪਣਾ ਜਿਹੜਾ ਅਰਥਿੰਗ ਆ ਉਹ ਸ਼ੁਰੂ ਕਰ ਸਕਦੇ ਹਾਂ। ਅਸੀਂ ਹੁਣ ਅੱਜ ਇਹਦੇ ਵਿੱਚ ਦੇਖਾਂਗੇ ਵੀ ਅਸੀਂ ਅਰਥਿੰਗ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਦੋਸਤੋ, ਇਹ ਦੋ ਟੈਕਨੀਕਸ ਨੇ ਸਾਡੇ ਕੋਲੇ, ਪਾਈਪ ਅਰਥਿੰਗ ਔਰ ਪਲੇਟ ਅਰਥਿੰਗ, ਜਿਹੜੀਆਂ ਕਿ ਆਮ ਪਪੂਲਰ ਹੈਗੀਆਂ ਨੇ ਬੜੀਆਂ। ਅਤੇ ਅਸੀਂ ਸਭ ਤੋਂ ਪਹਿਲਾਂ ਪਾਈਪ ਅਰਥਿੰਗ ਕਰਨ ਦਾ ਜਿਹੜਾ ਇੱਕ ਵਾਰ ਲੇਆਊਟ ਦੇਖ ਲਈਏ, ਅਸੀਂ ਕਿਸ ਤਰੀਕੇ ਨਾਲ ਪਾਈਪ ਅਰਥਿੰਗ ਕਰਨੀ ਹੈ। ਉਸ ਤੋਂ ਬਾਅਦ ਅਸੀਂ ਇਹਨੂੰ ਐਕਸਪਲੇਨ ਕਰਦੇ ਹਾਂ। ਤੁਸੀਂ ਪ੍ਰੋਪਰ ਦੇਖ ਸਕਦੇ ਹੋਗੇ ਕਿ ਇੱਕ ਤਰ੍ਹਾਂ ਦਾ ਹੋਲ ਬਣਾ ਕੇ ਅਤੇ ਉੱਪਰ ਉਹਦੇ ਇੱਕ ਕੰਕਰੀਟ ਨਾਲ, ਸੀਮੈਂਟ ਨਾਲ ਜਾਂ ਬ੍ਰਿਕਸ ਨਾਲ ਅਸੀਂ ਇੱਕ ਫਾਊਂਡੇਸ਼ਨ ਬਣਾਉਣਾ ਹੈਗਾ ਅਤੇ ਨੀਚੇ ਅਸੀਂ ਉਹਦੇ ਇੱਕ ਖੱਡਾ ਖੋਦਣਾ ਹੈਗਾ। ਉਸ ਤੋਂ ਇਹਦੇ 'ਚ ਹੁੰਦਾ ਕੀ ਹੈ, ਸਾਨੂੰ ਘੱਟ ਤੋਂ ਘੱਟ ਫੁੱਟ, ਸਵਾ ਫੁੱਟ ਦਾ ਇੱਕ ਖੱਡਾ ਜਾਂ 1.5 ਫੁੱਟ ਦਾ ਇੱਕ ਖੱਡਾ ਚਾਹੀਦਾ ਹੈ ਅਤੇ ਡੂੰਘਾ ਸਾਨੂੰ ਚਾਹੀਦਾ ਉਹ 8 ਤੋਂ 10 ਫੁੱਟ, ਜਿਵੇਂ ਇਹ ਵਾਲਾ ਹੋਲ ਹੈ। ਇਹਦੇ ਵਿੱਚ ਅਸੀਂ ਇਸ ਖੱਡੇ ਨੂੰ 8-10 ਫੁੱਟ ਤੱਕ ਡੂੰਘਾ ਪੱਟ ਕੇ ਉਹਦੇ ਵਿੱਚ ਇਹ ਵਾਲੀ ਪਾਈਪ ਖੜੀ ਕਰਨੀ ਹੈ ਅਸੀਂ, ਜਿਹਨੂੰ ਅਸੀਂ ਇਲੈਕਟ੍ਰੋਡ ਕਹਿੰਦੇ ਹਾਂ। ਇਹ ਇਲੈਕਟ੍ਰੋਡ ਕਰੰਟ ਨੂੰ, ਲੀਕੇਜ ਕਰੰਟ ਨੂੰ ਅਰਥ ਦੇ ਵਿੱਚ ਭੇਜਣ ਦਾ ਕੰਮ ਕਰੇਗਾ, ਜਿਹੜਾ ਸਾਡੀ ਸੇਫਟੀ ਵਾਸਤੇ ਬਹੁਤ ਮਹੱਤਵ ਰੱਖਦਾ। ਤੁਸੀਂ ਦੇਖ ਰਹੇ ਹੋ ਪਾਈਪ ਦੇ ਵਿੱਚ ਹੋਲ ਕੀਤੇ ਗਏ ਨੇ। ਇਹ ਹੋਲ ਇਸ ਕਰਕੇ ਕੀਤੇ ਗਏ ਨੇ ਕਿ ਜੇ ਇਹ ਖੁਸ਼ਕ ਮਿੱਟੀ ਦੇ ਵਿੱਚ ਲੱਗ ਗਿਆ ਜਾਂ ਆਲੇ ਦੁਆਲੇ ਖੁਸ਼ਕ ਮਿੱਟੀ ਹੋ ਗਈ ਤਾਂ ਅਸੀਂ ਇਹਦੇ ਵਿੱਚ ਉੱਪਰੋਂ ਪਾਣੀ ਪਾ ਕੇ ਇਹਦੀ ਜਿਹੜੀ ਮੋਇਸਚਰ ਹੈ ਜਾਂ ਨਮੀ ਹੈ ਉਹਨੂੰ ਬਰਕਰਾਰ ਰੱਖ ਸਕੀਏ, ਉਹਨੂੰ ਅਸੀਂ ਵਧਾ ਸਕੀਏ। ਦੋਸਤੋ, ਇਹ ਜਿਹੜਾ 8-8.25 ਫੁੱਟ ਦਾ ਅਸੀਂ ਟੋਆ ਖੋਦਣਾ ਹੈ ਅਤੇ ਫੁੱਟ, ਸਵਾ ਫੁੱਟ ਦਾ ਚੌੜਾ ਟੋਆ ਖੋਦਣਾ ਸੀ, ਇਹ ਜਿੰਨਾ ਡੂੰਘਾ ਹੋਏਗਾ ਓਨਾ ਹੀ ਸਾਡਾ ਅਰਥ ਹੈ ਜਿਹੜਾ ਉਹ ਸਟਰੋਂਗ ਹੋਏਗਾ, ਅੱਛਾ ਹੋਏਗਾ। ਕਿਉਂਕਿ ਜਦੋਂ ਅਸੀਂ ਡੂੰਘਾਈ 'ਤੇ ਜਾਵਾਂਗੇ ਜ਼ਮੀਨ ਦੇ ਤਾਂ ਉੱਥੇ ਨੈਚੁਰਲ ਨਮੀ ਜਿਹੜੀ ਹੈਗੀ ਹੈ, ਪਰਮਾਨੈਂਟ ਨਮੀ ਹੈਗੀ ਹੈ, ਜਿਹੜਾ ਮੋਇਸਚਰ ਹੈਗਾ ਉੱਥੇ ਮੌਜੂਦ ਹੋਏਗਾ ਅਤੇ ਸਾਡਾ ਅਰਥ ਲੰਬਾ ਸਮਾਂ ਤੱਕ ਕੰਮ ਕਰਦਾ ਹੈ। ਇਸ ਕਰਕੇ ਜਿਹੜੀ ਲਿਮੀਟੇਸ਼ਨ ਹੈਗੀ ਆ ਉਹ ਤਾਂ ਇਹ ਹੈਗੀ ਹੈ ਕਿ ਤੁਸੀਂ 8-10 ਫੁੱਟ ਤੋਂ ਘੱਟ ਤੱਕ ਖੋਦਣਾ ਹੀ ਹੈ ਨਹੀਂ। ਅਗਰ ਤੁਸੀਂ ਵੱਧ ਖੋਦ ਸਕਦੇ ਹੋ ਤਾਂ ਘੱਟੋ ਘੱਟ 20 ਫੁੱਟ, 15 ਫੁੱਟ, 25 ਫੁੱਟ ਤੱਕ ਤਾਂ ਤੁਸੀਂ ਡੂੰਘਾ ਅਰਥ ਕਰ ਸਕਦੇ ਹੋ, ਤਾਂ ਬਹੁਤ ਸਟਰੋਂਗ ਅਰਥ ਬਣੇ। 1.5 ਇੰਚੀ ਪਾਈਪ ਯੂਜ਼ ਕੀਤਾ ਜਾ ਸਕਦਾ ਹੈ ਜੇ ਉਹ ਸਟੀਲ ਦਾ ਹੈਗਾ ਜਾਂ ਗੈਲਵੇਨਾਈਜ਼ਡ ਆਇਰਨ ਹੈਗੀ ਹੈ। ਅਤੇ ਜੇਕਰ ਉਹ ਕਾਸਟ ਆਇਰਨ ਦੀ ਪਾਈਪ ਹੈਗੀ ਹੈ ਤਾਂ ਫਿਰ ਸਾਨੂੰ ਉਹਦਾ ਸਰਫੇਸ ਏਰੀਆ ਜਿਹੜਾ ਉਹ ਵਧਾਉਣਾ ਪਏਗਾ, ਉਹਦਾ ਸਾਈਜ਼ ਵੱਡਾ ਕਰਨਾ ਪਏਗਾ। ਲਗਭਗ 4 ਇੰਚੀ ਪਾਈਪ, ਇੰਨੇ ਵੱਡਾ ਮੋਟਾ ਪਾਈਪ ਸਾਨੂੰ ਜ਼ਮੀਨ ਦੇ ਵਿੱਚ ਖੋਦਣਾ ਪਏਗਾ। ਉਹਦਾ ਕਾਰਨ ਇਹ ਹੈ
ਉਹਦੇ ਮਟੀਰੀਅਲ ਤੇ ਡਿਪੈਂਡ ਕਰਦੀ ਆ, ਉਹਦੀ ਕਨੈਕਟੀਵਿਟੀ, ਉਹਦੀ ਰੈਜ਼ਿਸਟੈਂਸ। ਅਗਰ ਮਟੀਰੀਅਲ ਵਧੀਆ ਹੈਗਾ, ਜਿਵੇਂ ਕਾਪਰ ਹੈਗਾ, ਗੈਲਵੇਨਾਈਜ਼ਡ ਆਇਰਨ ਹੈਗੀ ਆ, ਸਟੀਲ ਹੈਗੀ, ਇਹਨਾਂ ਦੀ ਕੰਡਕਟੀਵਿਟੀ ਥੋੜ੍ਹੀ ਜ਼ਿਆਦਾ ਹੁੰਦੀ ਆ। ਕਾਸਟ ਆਇਰਨ ਦੀ ਜਿਹੜੀ ਹੈਗੀ ਆ ਉਹਨੂੰ ਥੋੜ੍ਹੀ ਦਿੱਕਤ ਆਉਂਦੀ ਹੈ, ਇਸ ਕਰਕੇ ਅਸੀਂ ਉਹਦਾ ਸਰਫੇਸ ਏਰੀਆ ਵਧਾ ਲੈਂਦੇ ਹਾਂ। ਦੋਸਤੋ ਜਿਵੇਂ ਅਸੀਂ ਦੇਖ ਰਹੇ ਹਾਂ ਇਹਦੇ ਵਿੱਚ, ਪਹਿਲਾਂ ਨੀਚੇ ਤੋਂ ਅਸੀਂ ਸ਼ੁਰੂ ਕਰਦੇ ਹਾਂ। ਇਹ ਖੱਡਾ ਖੋਦਿਆ ਗਿਆ, ਇਹਦੇ ਵਿੱਚ ਚਾਰਕੋਲ ਔਰ ਸਾਲਟ ਦਾ ਅਸੀਂ ਚੂਰਨ ਜਾਂ ਮਿਸ਼ਰਣ ਪਾ ਸਕਦੇ ਹਾਂ, ਜਿਹੜਾ ਕਿ ਨਮੀ ਇਹਦੇ ਆਲੇ ਦੁਆਲੇ ਜ਼ਿਆਦਾ ਰੱਖੇਗਾ, ਕਿਉਂਕਿ ਚਾਰਕੋਲ ਵੀ ਆਪਣੇ ਵਿੱਚ ਮੋਇਸਚਰ ਰੱਖਦਾ ਹੈ ਅਤੇ ਨਮਕ ਵੀ ਆਪਣੇ ਵਿੱਚ ਮੋਇਸਚਰ ਬਹੁਤ ਜ਼ਿਆਦਾ ਰੱਖਦਾ, ਇਸ ਕਰਕੇ ਇਹਦੇ ਆਲੇ ਦੁਆਲੇ ਖੁਸ਼ਕੀ ਨਹੀਂ ਆਏਗੀ ਅਤੇ ਇਹ ਸਾਡੀ ਜਿਹੜੀ ਕਨੈਕਟੀਵਿਟੀ ਬਣਦੀ ਰਹੇਗੀ। ਦੋਸਤੋ ਇਹ ਜਦੋਂ ਅਸੀਂ ਇਸ ਤਰ੍ਹਾਂ ਸਰਫੇਸ ਜਿੱਥੇ ਅਰਥ ਦੀ ਉੱਪਰਲੀ ਲੇਅਰ ਹੈਗੀ ਆ, ਉਸ ਤੋਂ ਉੱਪਰ ਅਸੀਂ ਇਸ ਪਾਈਪ ਦੇ ਉੱਪਰ ਇੱਕ GI ਪਾਈਪ ਹੋਰ ਲਗਾ ਕੇ ਉਹਦੇ ਵਿੱਚ ਦੀ ਅਸੀਂ ਜਿਹੜੀ ਇਹ ਅਰਥ ਵਾਇਰ ਆਣੀ ਹੈ, ਇਹਨੂੰ ਕਨੈਕਟ ਕੀਤੀ ਹੋਈ ਆ, ਉਹ ਅਸੀਂ ਇੱਥੋਂ ਬਾਹਰ ਆਪਣੇ ਅੱਗੇ ਇੰਸਟਾਲੇਸ਼ਨ 'ਤੇ ਲੈ ਜਾਣੀ ਹੈਗੀ ਹੈ। ਅਤੇ ਇਹ ਵਾਲੀ ਜਿਹੜੀ ਅਸੀਂ ਫਾਊਂਡੇਸ਼ਨ ਤਿਆਰ ਕੀਤੀ ਹੈ, ਇਹਨੂੰ ਤੁਸੀਂ ਸੀਮੈਂਟ, ਕੰਕਰੀਟ, ਬ੍ਰਿਕਸ ਨਾਲ ਬਣਾ ਸਕਦੇ ਹੋ। ਇਹਦੇ ਵਿੱਚ ਇੱਥੇ ਅਸੀਂ ਇੱਕ ਫਨਲ ਲਾਵਾਂਗੇ ਤਾਂ ਕਿ ਜਦ ਵੀ ਜ਼ਰੂਰਤ ਪਵੇ ਸਾਨੂੰ, ਅਤੇ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਇਹਦੀ ਨਮੀ ਨੂੰ ਪੂਰਾ ਕਰ ਸਕੀਏ। ਅਤੇ ਉੱਪਰੋਂ ਇਹਨੂੰ ਕਵਰ ਹੋਣਾ ਚਾਹੀਦਾ, ਨਹੀਂ ਤਾਂ ਇਹਦੇ ਵਿੱਚ ਡਸਟ ਮਿੱਟੀ ਪੈ ਕੇ ਅਤੇ ਇਹ ਵਿੱਚੋਂ ਬਲੌਕ ਹੋ ਜਾਏਗਾ, ਅਤੇ ਫਿਰ ਅੱਗੇ ਸਾਨੂੰ ਮੋਇਸਚਰ ਜਿਹੜਾ ਵਧਾਉਣ ਦੀ ਪ੍ਰੋਵੀਜ਼ਨ ਹੈਗੀ ਉਹ ਸਾਡੀ ਖਤਮ ਹੋ ਜਾਏਗੀ। ਦੋਸਤੋ ਇਹ ਹੈਗੀ ਹੈ ਪਾਈਪ ਅਰਥਿੰਗ। ਪਾਈਪ ਅਰਥਿੰਗ ਔਰ ਜਿਹੜੀ ਰੋਡ ਅਰਥਿੰਗ ਹੈ, ਉਹ ਅਸੀਂ ਕਿੱਥੇ ਕਰਦੇ ਹਾਂ ਜ਼ਿਆਦਾ? ਉਹਦੀ ਜ਼ਰੂਰਤ ਸਾਨੂੰ ਪੈਂਦੀ ਹੈ ਜਿੱਥੇ ਥੋੜ੍ਹਾ ਜ਼ਮੀਨ ਸਖਤ ਹੈ ਜਾਂ ਪਥਰੀਲੀ ਹੈ, ਉੱਥੇ ਅਸੀਂ ਰੋਡ ਅਰਥ ਜਾਂ ਸਟ੍ਰਿਪ ਅਰਥ ਕਰਦੇ ਹਾਂ, ਜਿੱਥੇ ਬਿਲਕੁਲ ਹੀ ਪਥਰੀਲੀ ਜ਼ਮੀਨ ਹੈ। ਇੱਥੇ ਸਾਨੂੰ ਇੱਕ ਚੀਜ਼ ਹੋਰ ਵੀ ਆ ਜਾਂਦੀ ਹੈ ਸਾਡੇ ਨੋਟਿਸ ਦੇ ਵਿੱਚ, ਕਿ ਜਿੰਨਾ ਅਸੀਂ ਇਲੈਕਟ੍ਰੋਡ ਹੈ ਇੱਕ ਪੀਸ ਦੇ ਵਿੱਚ ਪਾਵਾਂਗੇ, ਸਿੰਗਲ ਪੀਸ ਪਾਵਾਂਗੇ, ਉਨੀ ਹੀ ਉਹਦੀ ਜਿਹੜੀ ਐਫੀਸ਼ੈਂਸੀ ਹੈ ਵਧੀਆ ਰਹੂਗੀ। ਅਤੇ ਇਸ ਕਰਕੇ ਬਚਣਾ ਇਸ ਗੱਲ ਤੋਂ ਚਾਹੀਦਾ ਹੈ ਕਿ ਇਲੈਕਟ੍ਰੋਡ ਦੇ ਵਿੱਚ ਕੋਈ ਜੁਆਇੰਟ ਨਹੀਂ ਚਾਹੀਦਾ। ਅਗਰ ਜੁਆਇੰਟ ਲਗਾਉਣਾ ਵੀ ਪੈਂਦਾ ਹੈ, ਫਾਰ ਐਗਜ਼ਾਮਪਲ ਅਸੀਂ ਇੱਥੇ ਗੱਲ ਕਰਦੇ ਹਾਂ, ਸਾਨੂੰ ਰੋਡ ਦੇ ਵਿੱਚ ਜੁਆਇੰਟ ਲਗਾਉਣਾ ਪੈਂਦਾ ਹੈ, ਤਾਂ ਉਹ ਸਕਰਿਊ ਟਾਈਪ ਜੁਆਇੰਟ ਹੋਣਾ ਚਾਹੀਦਾ ਹੈ, ਅਤੇ ਉਹਦਾ ਜਿਹੜਾ ਜੁਆਇੰਟ ਦਾ ਏਰੀਆ ਹੈਗਾ ਉਹ ਇਲੈਕਟ੍ਰੋਡ ਦੇ ਏਰੀਏ ਦੇ ਬਰਾਬਰ ਹੀ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਅਸੀਂ ਜੁਆਇੰਟ ਵਾਲੀ ਜਗ੍ਹਾ ਇੰਨੀ ਜ਼ਿਆਦਾ ਮੋਟੀ ਕਰ ਦਈਏ ਅਤੇ ਇਲੈਕਟ੍ਰੋਡ ਨਾਲੋਂ ਜ਼ਿਆਦਾ ਉਹਦਾ ਜਿਹੜਾ ਏਰੀਆ ਬਣ ਜਾਵੇ। ਇਸ ਚੀਜ਼ ਤੋਂ ਅਸੀਂ ਪਰਹੇਜ਼ ਕਰਨਾ ਹੈਗਾ। ਅਤੇ ਦੂਸਰੀ ਗੱਲ, ਜਿੱਥੇ ਜ਼ਿਆਦਾ ਜ਼ਮੀਨ ਹਾਰਡ ਹੈਗੀ ਹੈ, ਪਥਰੀਲੀ ਹੈਗੀ ਹੈ, ਸਾਨੂੰ ਪਤਾ ਕਿ ਅਸੀਂ ਜ਼ਿਆਦਾ ਡੂੰਘਾ ਨਹੀਂ ਜਾ ਸਕਦੇ, ਤਾਂ ਉੱਥੇ ਅਸੀਂ ਥੋੜ੍ਹਾ ਐਂਗਲ ਚੇਂਜ ਕਰਕੇ, ਵਰਟੀਕਲ ਐਂਗਲ ਚੇਂਜ ਕਰਕੇ ਅਸੀਂ 30 ਡਿਗਰੀ ਦਾ ਐਂਗਲ ਚੇਂਜ ਕਰ ਲੈਂਦੇ ਹਾਂ ਅਗਰ, ਤਾਂ ਥੋੜ੍ਹੇ ਟੇਪਰ ਚਲੇ ਜਾਵਾਂਗੇ, ਤਾਂ ਸਾਨੂੰ ਘੱਟ ਡੂੰਘਾਈ ਦੀ ਜ਼ਰੂਰਤ ਪਵੇਗੀ ਔਰ ਸਾਡਾ ਜਿਹੜਾ ਇਲੈਕਟ੍ਰੋਡ ਹੈ ਉਹ ਜ਼ਮੀਨ ਦੇ ਅੰਦਰ ਸਾਰਾ ਚਲਾ ਜਾਏਗਾ। ਪਲੇਟ ਇਲੈਕਟ੍ਰੋਡ, ਪਲੇਟ ਇਲੈਕਟ੍ਰੋਡ ਦੇ ਵਿੱਚ ਵੀ ਅਸੀਂ ਜਿਹੜੀਆਂ ਸਪੈਸੀਫਿਕੇਸ਼ਨਾਂ ਨੇ ਪਹਿਲਾਂ ਉਹ ਵੇਖ ਲਈਏ ਕਿ ਜਦੋਂ ਸਾਨੂੰ ਪਲੇਟ ਇਲੈਕਟ੍ਰੋਡ ਦੇ ਵਿੱਚ ਅਸੀਂ ਅਰਥਿੰਗ ਕਰਨੀ ਹੈ, ਪਹਿਲੀ ਗੱਲ ਤਾਂ ਇਹ ਹੈ ਪਲੇਟ ਜਿਹੜਾ ਅਰਥਿੰਗ ਹੈਗੀ ਹੈ ਇਹ ਮੈਂਡੇਟਰੀ ਹੁੰਦੀ ਹੈ। ਜਿੱਥੇ ਜਨਰੇਸ਼ਨ ਦਾ ਕੰਮ ਹੋਵੇ ਜਾਂ ਸਬਸਟੇਸ਼ਨ ਹੋਵੇ ਤਾਂ ਉੱਥੇ ਸਾਡੇ ਲਈ ਇਹ ਚੀਜ਼ ਹੁੰਦੀ ਹੈ ਕਿ ਅਸੀਂ ਪਲੇਟ ਅਰਥਿੰਗ ਹੀ ਉੱਥੇ ਰਿਕਮੈਂਡ ਕੀਤੀ ਜਾਂਦੀ ਹੈ ਕਿ ਇਹੀ ਹੋਣੀ ਚਾਹੀਦੀ ਹੈ। ਜਿਵੇਂ ਅਸੀਂ ਦੇਖਦੇ ਹਾਂ, ਜਦੋਂ ਅਸੀਂ ਗੈਲਵੇਨਾਈਜ਼ਡ ਆਇਰਨ ਜਾਂ ਸਟੀਲ ਦੀ ਪਲੇਟ ਯੂਜ਼ ਕਰਨੀ ਹੈ ਤਾਂ ਜਿਹੜੀ ਉਹਦੀ ਥਿਕਨੈਸ ਹੈ ਉਹ 6 mm 6.5 mm ਸਾਨੂੰ ਚਾਹੀਦੀ ਹੈ, ਇਸ ਤੋਂ ਘੱਟ ਨਹੀਂ ਚਾਹੀਦੀ। ਅਗਰ ਉਹ ਇਲੈਕਟ੍ਰੋਡ ਸਾਡੇ ਕੋਲ ਕਾਪਰ ਦੇ ਵਿੱਚ ਹੈਗਾ ਤਾਂ ਅਸੀਂ 3.15 mm ਦੀ ਥਿਕਨੈਸ ਨਾਲ ਅਸੀਂ ਉਹਨੂੰ ਵਰਤ ਸਕਦੇ ਹਾਂ। ਇਹਦਾ ਸਾਈਜ਼ 2x2 ਫੁੱਟ, 30 ਸੈਂਟੀਮੀਟਰ ਇੱਧਰ ਨੂੰ, 60 ਸੈਂਟੀਮੀਟਰ ਹੌਰੀਜੈਂਟਲ ਅਤੇ 60 ਸੈਂਟੀਮੀਟਰ ਵਰਟੀਕਲ। ਸਾਨੂੰ 60x60 ਸੈਂਟੀਮੀਟਰ ਦਾ ਜਿਹੜਾ ਇੱਕ ਪੀਸ ਹੈ ਉਹ ਅਰਥਿੰਗ ਕਰਨ ਲਈ ਚਾਹੀਦਾ, ਜਿਹਦੇ ਨਾਲ ਅਸੀਂ ਇੱਕ ਅੱਛੀ ਅਰਥਿੰਗ ਕਰ ਸਕਦੇ ਹਾਂ। ਇਹਦੇ ਵਿੱਚ ਵੀ ਕੰਡੀਸ਼ਨ ਸੇਮ ਨੇ ਕਿ ਅਰਥਿੰਗ ਜਿੰਨੀ ਡੂੰਘੀ ਹੋਏਗੀ ਉਨੀ ਅੱਛੀ ਹੋਏਗੀ, ਪਰ ਫਿਰ ਵੀ ਜਿਹੜੀ ਮਿਨੀਮਮ ਕੰਡੀਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਤੁਸੀਂ ਸਰਫੇਸ ਏਰੀਏ ਤੋਂ ਘੱਟ ਤੋਂ ਘੱਟ 1.5 ਮੀਟਰ ਜਾਂ 2.25 ਮੀਟਰ 2 ਮੀਟਰ ਦਾ ਜਿਹੜਾ ਤੁਹਾਡਾ ਡੂੰਘਾਈ ਹੋਣੀ ਲਾਜ਼ਮੀ ਹੈਗੀ ਹੈ। ਉਸ ਤਰ੍ਹਾਂ ਹੀ ਖੱਡਾ ਖੋਦਾਂਗੇ, ਅਸੀਂ ਇਸ ਸਾਈਜ਼ ਦਾ ਖੱਡਾ ਖੋਦਾਂਗੇ ਜਿਹਦੇ ਵਿੱਚ ਅਸੀਂ 2 ਫੁੱਟ ਦੀ ਪਲੇਟ ਨੂੰ ਲਗਾ ਸਕੀਏ। ਘੱਟੋ ਘੱਟ 3 ਫੁੱਟ ਦਾ ਅਸੀਂ ਖੱਡਾ ਖੋਦ ਕੇ ਲੈ ਕੇ ਜਾਵਾਂਗੇ
9-10 फुट डूंगा तो वो लिजा के असी प्लेट में खड़े रुख रखांगे। जिस तरह असी तुसीं फ्लैट स्क्रीन देख रहे हो, असी इस तरीके नाल इहनूं खड़े रुख जमीन दे विच रखांगे, ना कि इदां पैवें लोड फ्लैट लोड नहीं रखांगे। तो इहदे विच एक जिहड़ा कनैक्शन असी लगाना हैगा, वायर इहदे नाल अटैच करनी हैगी, ਉਹਦੀ ਤੁਸੀਂ डायग्राम देख सकते हो नाल, जिवें मैं तुहानूं इत्थे दिखा रहा। जिहड़ा ये वाला पोर्शन है, ये पोर्शन इसकी अटैचमेंट की हुई है वायर की प्लेट के नाल। इत्थे सानूं दोस्तों ध्यान रखना चाहिए कि जिहड़े स्क्रू और थिंबल्स और वायर यूज़ करनी है, ਉਹਦਾ मटीरियल, ਉਹਦਾ मैटल और प्लेट का मैटल जिहड़ा सेम चाहिए। अगर ये कॉपर की है तो सारी जिहड़ी बाकी असैसरी है वो भी कॉपर की चाहिए है। अगर ये गैल्वेनाइज्ड आयरन की हैगी है तो ये भी गैल्वेनाइज्ड आयरन की चाहिए है। तो ये गल मेन साडे ध्यान रखने वाली है दोस्तों। ये असीं उस तरीके नाल जी एक फाउंडेशन उपर जरूर बनावांगे, जिहदे विचों असीं इस प्लेट अर्थिंग नूं भी नमी दे सकीए। उस तरीके नाल फनल वगैरह का असीं जिहड़ा प्रबंध कर लेना, उहदे उपर कवर उहनूं लगदा कर देना हैगा उहदे उपर। इहदे विच असीं देख रहे हैं कि असीं एक पाइप इत्थों GI पाइप नीचे लैके गए हाँ। यह प्लेट के सेंटर तक चले जाना चाहिए। इसका भी रीज़न यही हैगा कि अगर नमी की मात्रा घट गई है, रजिस्टेंस ज़्यादा बढ़ गई हैगी इहदी, तो उपरों असीं पानी डालीए तो इस प्लेट के दुआले जिहड़ी है नमी पूरी हो जाए। तो दोस्तों नमी नूं पूरा करने लई असीं इत्थे भी चारकोल और साल्ट का जिहड़ा चूरा वो इस प्लेट के दुआले पावांगे, ताकि इस प्लेट की जिहड़ी हैगी है कनैक्टिविटी अच्छी बने। दोस्तों असीं अगर अर्थिंग सबस्टेशन के उत्ते करते हैं जां जिथे प्रोडक्शन हो रही है बिजली की, उत्थे करते हैं भी, तो उत्थे सानू डबल अर्थ की जिहड़ी रिक्वायरमेंट होंदी है, असीं एक अर्थ होर नाल पैरल करना होंदा। इहदे वास्ते मोटा जिहा एक फंडा हैगा कि पहले अर्थ नालों दूसरा अर्थ है जिहड़ा तुसीं इलैक्ट्रोड जमीन दे विच भेजना, वो घट्टो घट्ट 8 मीटर की दूरी पर जरूर होवे, जां फिर जो इलैक्ट्रोड की लेंथ हैगी है ਉਹਦਾ डबल। फॉर एग्जाम्पल असी पाइप अर्थिंग की गल करिए, अगर साडी 2.5 मीटर की पाइप हैगी है तो जी दूसरी अर्थ हैगी वो घट्टो घट्ट 5 मीटर से होनी चाहिए। जे असी पाइप 10 मीटर लाई है या 8 मीटर लाई है तो 20 मीटर दूर होनी चाहिए, मतलब वह डबल दूर जोड़ा डिस्टेंस है दोनों इलैक्ट्रोड के होना चाहिए, अर्थिंग के होना चाहिए। दोस्तों अर्थिंग होने तो बाद असी वो डिस्टेंस को मापते हैं। उस मीटर का नाम है अर्थ रजिस्टेंस माप यंत्र, जिन्हों असी अर्थ टेस्टर भी कह देंगे हैं। तो वो सानू दसदा है कि जिहड़ी अर्थ हैगी है वो सही हो गई है जां उहदे विच कोई रजिस्टेंस दे विच दिक्कत है। अगर तो सानू मैजर करन दे उत्ते रजिस्टेंस ज़्यादा आ जाती है तो सानू उहदी रजिस्टेंस घटानी पेगी इलैक्ट्रोड की। उहदे लई असीं की करते हैं, मैं पहले ही जिक्र कर चुकिया गा कि उत्थे नमी होनी चाहिए है। अगर रजिस्टेंस वध आउंदी है, अगर तुहानूं लगदा कि रजिस्टेंस ज़्यादा है, तुसीं पहलां उहदा नमी वाला जिहड़ा पार्ट हैगा वो कंप्लीट करो, उहनूं पूरा करो नमी नूं। उहदे आले दुआले चारकोल और जो नमक की तय हैगी है, साल्ट की तय हैगी है, आपां वो डालनी हैगी। पानी पाया जा सकता हैगा, डबल अर्थिंग की जा सकती हैगी है। जिथे थोड़ा रेते वाला एरिया है या पथरीला एरिया हैगा, उत्थे सानू इस चीज़ का जरूर ध्यान रखना चाहिए हैगा। तो अर्थिंग की कनैक्टिविटी भी ध्यान च रख के जिहड़े जॉइंट वगैरह ने उन्होंने सोल्डर करना चाहिए है। तो मटीरियल जिहड़ा हैगा वो हो सके तो सानू गुड क्वालिटी के ही यूज़ करना चाहिए है। जिवें मैं प्रैफर करदा कि कॉपर का ही मटीरियल उत्थे यूज़ करना चाहिए है। ये सब कुछ गल्लां जिहड़ियां असीं अर्थिंग नूं करन वास्ते समझियां ने, किस तरीके नाल असीं अर्थ कर सकते हैं, किस तरीके नाल असीं उहनूं
ਚੰਗੀ ਤਰੀਕੇ ਨਾਲ ਉਹ ਤੋਂ ਕੰਮ ਲੈ ਸਕਦੇ ਹੋ, ਉਹਦੀ ਰੈਜ਼ਿਸਟੈਂਸ ਘੱਟ ਕਰ ਸਕਦੇ ਹਾਂਗੇ। ਉਮੀਦ ਹੈ ਤੁਸੀਂ ਜਾਣਕਾਰੀ ਪ੍ਰਾਪਤ ਕੀਤੀ ਹੋਊ। ਥੈਂਕ ਯੂ।